ਵੈਲਕਮ ਟੂ ਐਕਸਲੇਟਰ ਕਲਾਸਿਸ। ਅਸੀਂ ਇਸ ਕਲਾਸ ਦੇ ਵਿੱਚ ਮੈਗਨੈਟਿਕ ਇਫੈਕਟ ਆਫ ਕਰੰਟ ਦੇਖ ਰਹੇ ਹਾਂ ਤੇ ਅਜੇ ਤੱਕ ਅਸੀਂ ਚਾਰਜ ਪਾਰਟੀਕਲ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖ ਕੇ ਦੇਖਿਆ ਤੇ ਅਸੀਂ ਉਹਦੇ ਜਿਹੜੇ ਆ ਪ੍ਰਭਾਵ ਦੇਖੇ, ਮਤਲਬ ਉਹਦੀ ਇਕੁਏਸ਼ਨ ਬਣਾਈ ਤੇ ਸਾਡੇ ਕੋਲੋਂ ਇਕੁਏਸ਼ਨ ਕਿਹੜੀ ਆਈ ਸੀ? ਸਾਡੇ ਕੋਲੋਂ ਇਕੁਏਸ਼ਨ ਆਈ ਸੀ F = QVB sin θ। ਤੇ ਅਸੀਂ ਇਹ ਵੀ ਦੇਖਿਆ ਸੀ ਕਿ ਜਦੋਂ ਇੱਕ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੇ ਵਿੱਚ ਮੂਵ ਕਰਦਾ ਵਾ ਤੇ ਉਹ ਸਰਕੂਲਰ ਪਾਥ ਲੈ ਲੈਂਦਾ ਵਾ। ਤੇ ਅਸੀਂ ਇਹ ਵੀ ਸਿੱਖਿਆ ਸੀ ਕਿ ਇੱਕ ਚਾਰਜ ਪਾਰਟੀਕਲ ਜਿਹੜਾ ਵਾ ਉਹ ਇਲੈਕਟ੍ਰਿਕ ਫੀਲਡ ਦੇ ਵਿੱਚ ਕੀ ਹੁੰਦਾ ਵਾ? ਫੋਰਸ ਮਹਿਸੂਸ ਕਰਦਾ ਵਾ। ਕਦੋਂ? ਜਦੋਂ ਰੈਸਟ ਤੇ ਹੋਵੇ ਤੇ ਜਦੋਂ ਮੂਵ ਕਰਦਾ ਹੋਵੇ, ਮਤਲਬ ਦੋਵਾਂ ਹਾਲਾਤਾਂ ਦੇ ਵਿੱਚ ਉਹ ਕੀ ਆ? ਫੋਰਸ ਮਹਿਸੂਸ ਕਰ ਸਕਦਾ ਵਾ। ਪਰ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੇ ਵਿੱਚ ਫੋਰਸ ਉਦੋਂ ਹੀ ਫੀਲ ਕਰਦਾ ਵਾ ਜਦੋਂ ਉਹ ਕੀ ਆ? ਮੂਵ ਕਰਦਾ ਵਾ। ਮਤਲਬ ਸਟੈਟਿਕ ਚਾਰਜ ਤੇ ਮੈਗਨੈਟਿਕ ਫੀਲਡ ਕੋਈ ਫੋਰਸ ਨਹੀਂ ਲਾਉਂਦਾ। ਸੋ ਸਾਡੇ ਕੋਲੋਂ ਮੈਗਨੈਟਿਕ ਫੋਰਸ ਦੀ ਇਹ ਵਾਲੀ ਇਕੁਏਸ਼ਨ ਆ ਗਈ ਸੀ। ਅਸੀਂ ਹੁਣ ਕੀ ਕਰਦੇ ਹਾਂ ਕਿ ਇਸ ਇਕੁਏਸ਼ਨ ਨੂੰ ਕਰੰਟ ਦੇ ਰਿਸਪੈਕਟ ਜਿਹੜਾ ਵਾ ਉਹ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਸ ਇਕੁਏਸ਼ਨ ਦੇ ਵਿੱਚ ਕੀ ਆ? I ਆ ਜਾਵੇ, ਮਤਲਬ ਕਰੰਟ ਦਾ ਇੱਕ ਸਿੰਬਲ ਆ ਜਾਵੇ ਤਾਂ ਜੋ ਅਸੀਂ ਕੀ ਆ ਕਿ ਕਰੰਟ ਤੋਂ ਵੀ ਅਹਿਸਾਸ ਕਰ ਸਕੀਏ ਕਿ ਮੈਗਨੈਟਿਕ ਫੋਰਸ ਜਿਹੜੀ ਆ ਉਹ ਬਣਦੀ ਆ। ਸੋ ਅਸੀਂ ਕੀ ਕਰਦੇ ਹਾਂ? ਇਸ ਇਕੁਏਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮੰਨ ਲਓ ਮੇਰੇ ਕੋਲੋਂ ਕੀ ਆ? ਕਿਸੇ ਜਗ੍ਹਾ ਦੇ ਉੱਪਰ ਮੈਗਨੈਟਿਕ ਫੀਲਡ ਲੱਗਾ ਵਾ ਤੇ ਮੈਗਨੈਟਿਕ ਫੀਲਡ ਕੀ ਆ? ਨੀਚੇ ਨੂੰ ਲੱਗਾ ਵਾ। ਨੀਚੇ ਨੂੰ ਮਤਲਬ ਜਿਵੇਂ ਅਸੀਂ ਕਹੀਏ ਕਿ ਉੱਪਰੋਂ ਛੱਤ ਤੋਂ ਨੀਚੇ ਗਰਾਊਂਡ ਵੱਲ ਮੈਗਨੈਟਿਕ ਲਾਈਨਸ ਆ ਰਹੀਆਂ ਵਾ, ਜਾਂ ਆਪਾਂ ਇਦਾਂ ਸਮਝ ਲਈਏ ਕਿ ਛੱਤ ਸਾਡੀ ਕੀ ਆ? ਨਾਰਥ ਪੋਲ ਵਾ ਤੇ ਗਰਾਊਂਡ ਸਾਡੀ ਕੀ ਆ? ਸਾਊਥ ਪੋਲ ਆ। ਤੇ ਹੁਣ ਮੈਗਨੈਟਿਕ ਜਿਹੜੀਆਂ ਲਾਈਨਸ ਆ ਉਹ ਕੀ ਆ? ਉੱਪਰੋਂ ਨੀਚੇ ਆ ਰਹੀਆਂ ਵਾ ਤੇ ਇੱਕ ਸਾਈਡ ਤੋਂ ਇਧਰੋਂ ਕੀ ਆ? ਇੱਕ ਚਾਰਜ ਪਾਰਟੀਕਲ ਐਂਟਰ ਹੋਇਆ। ਤੇ ਜਦੋਂ ਚਾਰਜ ਪਾਰਟੀਕਲ ਐਂਟਰ ਹੋਇਆ ਵਾ ਤੇ ਸਾਨੂੰ ਪਤਾ ਵਾ ਕਿ ਇਹ ਸਰਕੂਲਰਲੀ ਮੂਵ ਕਰਨ ਡੈ ਪੈਣਾ ਵਾ, ਇਹਦੇ ਤੇ ਫੋਰਸ ਲੱਗਣੀ ਆ। ਤੇ ਤੁਸੀਂ ਇੱਥੇ ਗੈਸ ਕਰੋ ਕਿ ਇਹਦੇ ਤੇ ਫੋਰਸ ਕਿੱਧਰ ਨੂੰ ਲੱਗੇਗੀ। ਤੇ ਅਸੀਂ ਇਹਦੇ 'ਚ ਦੇਖਾਂਗੇ ਕਿ ਇਹਦੇ ਤੇ ਫੋਰਸ ਜਿਹੜੀ ਆ ਉਹ ਕੀ ਲੱਗੇਗੀ? ਇਨਵਰਡ ਲੱਗੇਗੀ। ਤੁਸੀਂ ਫਲੇਮਿੰਗ ਰੂਲ ਦੇ ਨਾਲ ਵੀ ਸੋਚ ਸਕਦੇ ਜੋ, ਇਹਨੂੰ ਕੈਲਕੂਲੇਟ ਕਰ ਸਕਦੇ ਜੋ, ਜਾਂ ਫੋਰਸ ਨੂੰ ਸਮਝ ਸਕਦੇ ਜੋ। ਹੁਣ ਦੇਖੋ ਸਾਡੇ ਕੋਲ ਫੋਰਸ ਦੀ ਇਹ ਵਾਲੀ ਇਕੁਏਸ਼ਨ ਆ। ਅਸੀਂ ਕੀ ਕਰਦੇ ਹਾਂ? ਇਸ ਇਕੁਏਸ਼ਨ ਨੂੰ T ਦੇ ਨਾਲ ਡਿਵਾਈਡ ਕਰ ਦਿੰਦੇ ਆ ਤੇ ਉੱਪਰ T ਦੇ ਨਾਲ ਮਲਟੀਪਲਾਈ ਕਰ ਦਿੰਦੇ ਆ। ਸਾਡੇ ਕੋਲੋਂ ਇਹ ਵਾਲੀ ਇਕੁਏਸ਼ਨ ਆਈ। ਹੁਣ Q/T ਕੀ ਹੁੰਦਾ? ਸਾਨੂੰ ਪਤਾ Q/T I ਹੁੰਦਾ ਤੇ V/T ਆਪਾਂ ਲਵਾਂਗੇ ਲੈਂਥ ਆਫ ਕੰਡਕਟਰ। ਜੇਕਰ ਮੈਂ ਇਹ ਗੱਲ ਕਹਾਂ ਕਿ ਮੰਨ ਲਓ ਇਹ ਇੱਕ ਲੈਂਥ ਆਫ ਕੰਡਕਟਰ ਵਾ, ਇਹਦੇ ਵਿੱਚੋਂ ਕੀ ਆ? ਚਾਰਜ ਪਾਰਟੀਕਲ ਮੂਵ ਕਰ ਰਿਹਾ ਵਾ ਤੇ ਕਿੰਨੇ ਸਮੇਂ 'ਚ ਕੀਤਾ? ਉਹਨੇ ਟਾਈਮ ਲਾਇਆ ਮੰਨ ਲਓ T ਤੇ ਵੈਲੋਸਿਟੀ ਉਹਦੀ ਕਿੰਨੀ ਸੀ? V। ਤੇ ਆਪਾਂ ਕੀ ਕਵਾਂਗੇ? ਆਪਾਂ ਕਹਿ ਸਕਦੇ ਹਾਂ ਕਿ ਵੈਲੋਸਿਟੀ ਇਜ਼ L/T, ਮਤਲਬ ਜਿੰਨੀ ਉਹਨੇ ਡਿਸਟੈਂਸ ਕਵਰ ਕੀਤੀ। ਡਿਸਟੈਂਸ ਕਿੰਨੀ ਕਵਰ ਕੀਤੀ? ਜਿੰਨੀ ਕੰਡਕਟਰ ਦੀ ਲੈਂਥ ਸੀ। ਸੋ ਸਾਡੇ ਕੋਲੋਂ V/T ਕੀ ਆਏਗਾ? L ਆਏਗਾ। ਤੇ ਅਸੀਂ ਅੱਗੇ ਕੀ ਲਿਖ ਸਕਦੇ ਹਾਂ? B sin θ। ਤੇ ਜੇਕਰ ਅਸੀਂ ਇਸੇ ਇਕੁਏਸ਼ਨ ਨੂੰ ਵੈਕਟਰ ਫਾਰਮ ਦੇ ਵਿੱਚ ਲਿਖਣਾ ਹੋਵੇ ਤੇ ਅਸੀਂ ਕਿੱਦਾਂ ਲਿਖਾਂਗੇ? L/B, ਕਿਉਂਕਿ ਲੈਂਥ ਕੀ ਆ? ਇੱਕ ਵੈਕਟਰ ਕੁਆਂਟੀਟੀ ਆ। ਤੇ ਜੇਕਰ ਅਸੀਂ ਕਹੀਏ ਕਿ ਜਿਹੜੀ ਲੈਂਥ ਆਫ ਕੰਡਕਟਰ ਵਾ ਨਾ ਉਹ ਬਹੁਤ ਛੋਟੀ ਆ, ਤੇ ਜਦੋਂ ਲੈਂਥ ਆਫ ਕੰਡਕਟਰ ਬਹੁਤ ਛੋਟੀ ਹੋਏਗੀ ਤੇ ਉਦੋਂ ਅਸੀਂ ਲੈਂਥ ਕੀ ਲੈਂਦੇ ਆ? DL ਲੈਂਦੇ ਆ। ਤੇ ਮੈਂ ਕੀ ਕਰਦਾ ਵਾਂ? ਇਹਨੂੰ DL ਲੈ ਲੈਣਾ। ਮੈਗਨੈਟਿਕ ਫੀਲਡ DB ਨਹੀਂ ਹੋਏਗਾ, ਕਰੰਟ ਵੀ ਨਹੀਂ ਹੋਏਗਾ ਤੇ ਫੋਰਸ ਕੀ ਆ? ਡਿਫਰੈਂਸ਼ੀਅਲ ਹੋ ਜਾਏਗੀ। ਸੋ ਜੇਕਰ ਸਾਡੇ ਕੋਲੋਂ ਕਰੰਟ ਐਲੀਮੈਂਟ ਜਾਂ ਅਸੀਂ ਕਹੀਏ ਕਿ ਲੈਂਥ ਆਫ ਕੰਡਕਟਰ ਛੋਟੀ ਆ ਤੇ ਫਿਰ ਅਸੀਂ ਇਹ ਇਕੁਏਸ਼ਨ ਵੀ ਵਰਤ ਸਕਦੇ ਹਾਂ। ਇਸ ਤੋਂ ਬਾਅਦ ਵਿੱਚ ਅਸੀਂ ਉਹ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਕਿਸੇ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਵੀ ਲੱਗਾ ਹੋਵੇ ਤੇ ਮੈਗਨੈਟਿਕ ਫੀਲਡ ਵੀ ਲੱਗਾ ਹੋਵੇ। ਤੇ ਜਦੋਂ ਕਿਸੇ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਵੀ ਲੱਗਾ ਹੁੰਦਾ ਤੇ ਮੈਗਨੈਟਿਕ ਫੀਲਡ ਵੀ ਲੱਗਾ ਹੁੰਦਾ, ਉਸ ਸਮੇਂ ਲਾਰੈਂਸ ਨੇ ਕਿਹਾ ਕਿ ਉਹਦੇ ਉੱਪਰ ਜਿਹੜੀ ਫੋਰਸ ਲੱਗਦੀ ਆ ਨਾ ਉਹਨੂੰ ਲਾਰੈਂਸ ਫੋਰਸ ਕਿਹਾ ਜਾਏਗਾ। ਸੋ ਸਾਡੇ ਕੋਲੋਂ ਜਿਹੜਾ ਅਗਲਾ ਟੌਪਿਕ ਆ ਉਹ ਕੀ ਆ? ਲਾਰੈਂਸ ਫੋਰਸ। ਲਾਰੈਂਸ ਫੋਰਸ ਕੀ ਆ? ਲਾਰੈਂਸ ਫੋਰਸ ਸੁਮੇਲ ਆ ਇਲੈਕਟ੍ਰਿਕ ਫੋਰਸ ਤੇ ਮੈਗਨੈਟਿਕ ਫੋਰਸ ਦਾ। ਅਸੀਂ ਕਹਿ ਸਕਦੇ ਹਾਂ ਕਿ ਇਲੈਕਟ੍ਰਿਕ ਫੋਰਸ ਦੀ ਇਕੁਏਸ਼ਨ ਕੀ ਹੁੰਦੀ ਆ? QE। ਤੇ ਮੈਗਨੈਟਿਕ ਫੋਰਸ ਦੀ ਇਕੁਏਸ਼ਨ ਕੀ ਆ? ਅਸੀਂ ਹੁਣੇ ਪੜਿਆ V/B ਲਿਖ ਲਓ ਚਾਹੇ, ਤੇ ਚਾਹੇ ਕੀ ਲਿਖ ਲਓ? L/B ਲਿਖ ਲਓ। ਇਹ ਕੀ ਆ? ਇਹ ਸਾਨੂੰ ਇਕੁਏਸ਼ਨ ਦਿੱਤੀ ਆ ਲਾਰੈਂਸ ਨੇ।
ਹੁਣ ਦੇਖੋ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੇਕਰ ਕਿਸੇ ਜਗ੍ਹਾ ਤੇ ਮੈਗਨੈਟਿਕ ਫੀਲਡ ਲੱਗਾ ਹੋਵੇ ਤੇ ਉੱਥੇ ਇਲੈਕਟ੍ਰਿਕ ਫੀਲਡ ਫੋਰਸ ਨਾ ਲਗਾਵੇ, ਤੇ ਜਾਂ ਅਸੀਂ ਕਹੀਏ ਕਿ ਜੇਕਰ ਇਲੈਕਟ੍ਰਿਕ ਫੀਲਡ ਲੱਗਾ ਹੋਵੇ ਤੇ ਮੈਗਨੈਟਿਕ ਫੀਲਡ ਫੋਰਸ ਨਾ ਲਾਵੇ। ਮਤਲਬ ਕੀ ਆ ਕਿ ਦੋਨੋਂ ਫੀਲਡ ਸੇਮ ਟਾਈਮ ਤੇ ਫੋਰਸ ਲਗਾ ਸਕਦੇ ਆ, ਤੇ ਇਹ ਜਿਹੜੇ ਦੋਨੋਂ ਫੋਰਸਿਸ ਦੇ ਸੁਮੇਲ ਨੂੰ ਅਸੀਂ ਕੀ ਕਹਿੰਦੇ ਆ, ਲਾਰੈਂਸ ਫੋਰਸ ਕਹਿੰਦੇ ਆ। ਤੇ ਪਰ ਜੇਕਰ ਕਿਸੇ ਜਗ੍ਹਾ ਤੇ ਇਲੈਕਟ੍ਰਿਕ ਫੀਲਡ 0 ਹੋਵੇ ਤੇ ਫਿਰ ਕੱਲੀ ਕੀ ਹੋਏਗੀ, ਮੈਗਨੈਟਿਕ ਫੋਰਸ ਹੋਏਗੀ। ਤੇ ਜੇਕਰ ਮੈਗਨੈਟਿਕ ਫੀਲਡ 0 ਹੋਵੇ ਤੇ ਫਿਰ ਕੀ ਆ, ਕੱਲੀ ਇਲੈਕਟ੍ਰਿਕ ਫੋਰਸ ਹੀ ਹੋਏਗੀ। ਅਸੀਂ ਇਹ ਵੀ ਚੀਜ਼ ਸਿੱਖ ਚੁੱਕੇ ਆ ਕਿ ਜਿਹੜਾ ਇਲੈਕਟ੍ਰਿਕ ਫੀਲਡ ਆ ਉਹ ਚਾਰਜ ਪਾਰਟੀਕਲ ਨੂੰ ਖੜੇ ਤੇ ਵੀ ਫੋਰਸ ਲਗਾ ਸਕਦਾ ਵਾ ਤੇ ਮੂਵ ਕਰਦੇ ਹੋਏ ਵੀ ਫੋਰਸ ਲਗਾ ਸਕਦਾ ਵਾ। ਮਤਲਬ ਕਹਿਣ ਦਾ ਕਿ ਇਲੈਕਟ੍ਰਿਕ ਫੀਲਡ ਦੇ ਵਿੱਚ ਚਾਰਜ ਪਾਰਟੀਕਲ ਭਾਵੇਂ ਰੈਸਟ ਤੇ ਹੋਵੇ ਤੇ ਭਾਵੇਂ ਮੂਵ ਕਰਦਾ ਹੋਵੇ ਉਹ ਫੋਰਸ ਲਗਾ ਸਕਦਾ ਵਾ। ਪਰ ਮੈਗਨੈਟਿਕ ਫੀਲਡ ਦੇ ਵਿੱਚ ਜੇਕਰ ਚਾਰਜ ਰੈਸਟ ਦੇ ਉੱਪਰ ਆ ਤੇ ਕੋਈ ਫੋਰਸ ਨਹੀਂ ਲੱਗਦੀ। ਤੇ ਦੂਸਰਾ ਕੀ ਆ, ਜੇਕਰ ਚਾਰਜ ਮੂਵ ਕਰਦਾ ਹੈ ਤਦ ਹੀ ਫੋਰਸ ਲੱਗਦੀ ਆ, ਤੇ ਉਹ ਫੋਰਸ ਜਿਹੜੀ ਆ ਉਹ ਅਸੀਂ ਇਸ ਇਕੁਏਸ਼ਨ ਦੇ ਨਾਲ ਕੈਲਕੂਲੇਟ ਜਾਂ ਡਿਫਾਈਨ ਕਰ ਚੁੱਕੇ ਹਾਂ। ਇਸ ਤੋਂ ਬਾਅਦ ਵਿੱਚ ਅਸੀਂ ਦੇਖਦੇ ਹਾਂ ਮੋਸ਼ਨ ਆਫ ਚਾਰਜ ਪਾਰਟੀਕਲ ਇਨ ਇਲੈਕਟ੍ਰਿਕ ਫੀਲਡ। ਅਸੀਂ ਇਲੈਕਟ੍ਰਿਕ ਫੀਲਡ ਦੇ ਵਿੱਚ ਚਾਰਜ ਪਾਰਟੀਕਲ ਦਾ ਮੋਸ਼ਨ ਦੇਖਦੇ ਹਾਂ। ਹੁਣ ਅਸੀਂ ਦੇਖਦੇ ਹਾਂ ਮੋਸ਼ਨ ਆਫ ਚਾਰਜ ਪਾਰਟੀਕਲ ਇਨ ਇਲੈਕਟ੍ਰਿਕ ਫੀਲਡ। ਮੰਨ ਲਓ ਇਲੈਕਟ੍ਰਿਕ ਫੀਲਡ ਇਸ ਡਾਇਰੈਕਸ਼ਨ ਦੇ ਵਿੱਚ ਲੱਗਾ ਹੋਇਆ ਵਾ, ਤੇ ਇਹ ਜਿਹੜਾ ਇਲੈਕਟ੍ਰਿਕ ਫੀਲਡ ਵਾ ਇਹਦੇ ਵਿੱਚ ਇੱਕ ਚਾਰਜ ਪਾਰਟੀਕਲ ਮੂਵ ਕਰ ਰਿਹਾ ਵਾ। ਇਹ ਇੱਕ ਚਾਰਜ ਪਾਰਟੀਕਲ ਆ, ਮੂਵ ਕਰ ਰਿਹਾ ਵਾ। ਹੁਣ ਇੱਥੇ ਕੀ ਆ, ਜੇਕਰ ਇਹ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਮੂਵ ਕਰ ਰਿਹਾ ਵਾ ਨਾ, ਤੇ ਸਾਨੂੰ ਪਤਾ ਵਾ ਕਿ ਇਹਦੇ ਤੇ ਫੋਰਸ ਲੱਗਣੀ ਆ ਤੇ ਇਹਨੇ ਐਕਸੀਲਰੇਟ ਹੋ ਜਾਣਾ ਵਾ, ਮਤਲਬ ਇਹਦੀ ਸਪੀਡ ਵੱਧ ਜਾਣੀ ਆ। ਤੇ ਜੇਕਰ ਅਸੀਂ ਗੱਲ ਕਰੀਏ ਕਿ ਇਹ ਜਿਹੜਾ ਚਾਰਜ ਪਾਰਟੀਕਲ ਆ ਇਹ ਕਿੱਧਰ ਨੂੰ ਮੂਵ ਕਰ ਰਿਹਾ ਵਾ, ਆਪੋਜ਼ਿਟ ਡਾਇਰੈਕਸ਼ਨ ਨੂੰ, ਇਸ ਤਰੀਕੇ ਨਾਲ ਮੂਵ ਕਰ ਰਿਹਾ ਸੀ। ਤੇ ਫਿਰ ਕੀ ਹੋਣਾ ਵਾ, ਸਾਨੂੰ ਪਤਾ ਵਾ ਫਿਰ ਇਸ ਚਾਰਜ ਪਾਰਟੀਕਲ ਨੇ ਹੌਲੀ ਹੌਲੀ ਸਲੋ ਹੋ ਜਾਣਾ ਵਾ, ਸਲੋ ਹੋ ਕੇ ਰੁਕ ਜਾਣਾ ਵਾ, ਤੇ ਬਾਅਦ ਵਿੱਚ ਕੀ ਆ, ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਹੀ ਇਹਨੇ ਮੂਵ ਕਰਨ ਡੈ ਪੈਣਾ ਵਾ। ਤੇ ਜੇ ਅਸੀਂ ਕਹੀਏ ਕਿ ਚਾਰਜ ਪਾਰਟੀਕਲ ਰੈਸਟ ਤੇ ਆ, ਜੇਕਰ ਰੈਸਟ ਤੇ ਵੀ ਹੋਵੇਗਾ ਨਾ ਤਾਂ ਵੀ ਉਹ ਜਿਹੜਾ ਚਾਰਜ ਪਾਰਟੀਕਲ ਆ ਉਹਨੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਐਕਸੀਲਰੇਟ ਹੋ ਜਾਣਾ ਵਾ। ਸੋ ਮੈਂ ਤਿੰਨ ਗੱਲਾਂ ਕਹੀਆਂ ਵਾ ਕਿ ਜੇਕਰ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਮੂਵ ਕਰ ਰਿਹਾ ਵਾ ਤੇ ਫਿਰ ਕੀ ਆ, ਉਹਦੀ ਸਪੀਡ ਵੱਧ ਜਾਣੀ ਆ, ਉਹਨੇ ਐਕਸੀਲਰੇਟ ਹੋ ਜਾਣਾ ਵਾ। ਤੇ ਜੇਕਰ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਦੇ ਆਪੋਜ਼ਿਟ ਮੂਵ ਕਰ ਰਿਹਾ ਵਾ ਤੇ ਉਹਨੇ ਹੌਲੀ ਹੌਲੀ ਰੁਕ ਜਾਣਾ ਵਾ, ਤੇ ਰੁਕ ਕੇ ਕੀ ਆ, ਉਹਨੇ ਬਾਅਦ ਵਿੱਚ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਮੂਵ ਕਰਨ ਡੈ ਪੈਣਾ। ਤੇ ਤੀਸਰੀ ਗੱਲ ਕਹੀ ਮੈਂ ਕਿ ਜੇਕਰ ਇਹ ਚਾਰਜ ਪਾਰਟੀਕਲ ਰੈਸਟ ਤੇ ਆ ਨਾ ਤਾਂ ਵੀ ਇਹਦੇ ਤੇ ਫੋਰਸ ਲੱਗਣੀ ਸਟਾਰਟ ਹੋ ਜਾਣੀ ਆ ਤੇ ਇਹਨੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਮੂਵ ਕਰਨਾ ਸਟਾਰਟ ਹੋ ਜਾਣਾ ਵਾ। ਪਰ ਜੇਕਰ ਅਸੀਂ ਇਹ ਗੱਲ ਕਹੀਏ ਕਿ ਇੱਕ ਚਾਰਜ ਪਾਰਟੀਕਲ ਜਿਹੜਾ ਵਾ ਉਹ ਇਸ ਤਰੀਕੇ ਨਾਲ ਇਲੈਕਟ੍ਰਿਕ ਫੀਲਡ ਦੇ ਵਿੱਚ ਐਂਟਰ ਹੋਇਆ, ਉਹਦਾ ਵੈਲੋਸਿਟੀ ਵੈਕਟਰ ਇੱਧਰ ਨੂੰ ਆ, ਅਸੀਂ ਥੀਟਾ 0 ਤੇ ਥੀਟਾ ਜਿਹੜਾ ਵਾ 180 ਡਿਸਕਸ ਕਰ ਚੁੱਕੇ ਹਾਂ। ਥੀਟਾ 0 ਦਾ ਮਤਲਬ ਕੀ ਆ ਕਿ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਹੀ ਮੂਵ ਕਰਨਾ, ਤੇ ਥੀਟਾ 180 ਕੀ ਆ ਕਿ ਇਲੈਕਟ੍ਰਿਕ ਫੀਲਡ ਦੇ ਆਪੋਜ਼ਿਟ ਮੂਵ ਕਰਨਾ। ਤੇ ਅਸੀਂ ਇੱਥੇ ਕਹਿ ਰਹੇ ਹਾਂ ਕਿ ਇੱਕ ਜਿਹੜਾ ਚਾਰਜ ਪਾਰਟੀਕਲ ਆ ਉਹ ਇਸ ਤਰੀਕੇ ਨਾਲ ਕੀ ਆ, ਇਲੈਕਟ੍ਰਿਕ ਫੀਲਡ ਦੇ ਵਿੱਚ ਐਂਟਰ ਹੋਇਆ। ਹੁਣ ਜੇਕਰ ਉਹ ਇਸ ਤਰੀਕੇ ਨਾਲ ਇਲੈਕਟ੍ਰਿਕ ਫੀਲਡ ਦੇ ਵਿੱਚ ਐਂਟਰ ਹੋਇਆ ਵਾ ਨਾ ਤੇ ਸਾਨੂੰ ਪਤਾ ਵਾ ਕਿ ਉਹਦੇ ਵੈਲੋਸਿਟੀ ਦੇ ਜਿਹੜੇ ਵੈਕਟਰ ਵਾ ਕੰਪੋਨੈਂਟ ਆ ਉਹ ਕੀ ਆ, ਆਪਾਂ ਰਿਜ਼ੋਲਵ ਕਰ ਲਾਂਗੇ। ਆਪਾਂ ਕੀ ਕੀਤਾ ਕਿ ਇਹਦਾ ਵੈਲੋਸਿਟੀ ਵੈਕਟਰ ਰਿਜ਼ੋਲਵ ਕੀਤਾ, ਇੱਕ ਇੱਧਰ ਨੂੰ ਤੇ ਇੱਕ ਇੱਧਰ ਨੂੰ। ਇਹ ਕਿਹੜਾ ਬਣਿਆ v cos ਥੀਟਾ, ਇੱਧਰ ਕੀ ਬਣਿਆ v sin ਥੀਟਾ। ਜਿਹੜਾ v cos ਥੀਟਾ ਵਾ ਨਾ ਉਹ ਕੀ ਆ, ਉਹ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਆ। ਤੇ ਅਸੀਂ ਕੀ ਦੇਖਣਾ ਵਾ ਕਿ 1 ਸੈਕਿੰਡ ਬਾਅਦ ਮੰਨ ਲਓ ਇਸ v cos ਥੀਟਾ ਦੇ ਵਿੱਚ, ਕਿਉਂਕਿ v cos ਥੀਟਾ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਆ, ਇਹਦੇ ਵਿੱਚ ਕੀ ਹੋਣਾ ਵਾ, ਇਹਦੇ ਵਿੱਚ ਐਕਸਲਰੇਸ਼ਨ ਪਲੱਸ ਹੋ ਜਾਣੀ ਆ, ਮਤਲਬ ਐਕਸਲਰੇਸ਼ਨ ਪਲੱਸ ਹੋ ਗਈ। ਇਹ ਕੀ ਸੀ, ਇਹ ਇੰਨਾ ਸੀ v cos ਥੀਟਾ। ਪਰ v sin ਥੀਟਾ ਕੀ ਆ, v sin ਥੀਟਾ ਅਜੇ ਵੀ ਉੱਪਰ ਨੂੰ ਆ, ਅਸੀਂ v sin ਥੀਟਾ ਇੱਧਰ ਨੂੰ ਲੈ ਰਹੇ ਹਾਂ। ਹੁਣ
v cos थीटा ਦੇ ਵਿੱਚ ਐਕਸਲਰੇਸ਼ਨ ਪਲੱਸ ਹੋ ਗਈ ਕਿਉਂਕਿ ਐਕਸਲਰੇਸ਼ਨ ਕੀ ਹੁੰਦੀ ਆ 1 ਸੈਕਿੰਡ ਦੇ ਵਿੱਚ ਜਿੰਨੀ ਵੈਲੋਸਿਟੀ ਵਧਣੀ ਆ। ਅਸੀਂ ਕਿਹਾ ਕਿ ਮੰਨ ਲਓ ਇਸ ਜਗ੍ਹਾ ਤੇ t = 0 ਸੀ ਤੇ ਇਸ ਜਗ੍ਹਾ ਦੇ ਉੱਪਰ t = 1 ਸੈਕਿੰਡ ਹੋ ਗਿਆ, ਮਤਲਬ ਇਸ ਜਗ੍ਹਾ ਤੇ ਜਦੋਂ t = 1 ਸੈਕਿੰਡ ਹੋਏਗਾ ਤੇ ਐਕਸਲਰੇਸ਼ਨ ਐਡ ਹੋ ਜਾਏਗੀ ਤੇ ਜਦੋਂ ਐਕਸਲਰੇਸ਼ਨ ਐਡ ਹੋ ਜਾਏਗੀ ਇੱਕ ਵੈਲੋਸਿਟੀ ਵੈਕਟਰ ਇੱਧਰ ਵਾ ਇੱਕ ਵੈਲੋਸਿਟੀ ਵੈਕਟਰ ਇੱਧਰ ਵਾ ਤੇ ਸਾਨੂੰ ਪਤਾ ਵਾ ਕਿ ਇਹਦਾ ਰਿਜ਼ਲਟੈਂਟ ਕਿੱਧਰ ਨੂੰ ਜਾਣਾ, ਇਹਦਾ ਰਿਜ਼ਲਟੈਂਟ ਹੁਣ ਇੱਧਰ ਨੂੰ ਆ ਜਾਣਾ। ਜਿਹੜਾ ਕੰਪੋਨੈਂਟ ਵੱਡਾ ਹੋਵੇ ਨਾ ਉਹਦੇ ਵੱਲ ਰਿਜ਼ਲਟੈਂਟ ਦਾ ਝੁਕਾਅ ਹੋ ਜਾਂਦਾ। ਹੁਣ ਜੇ ਅਸੀਂ ਕਹੀਏ ਕਿ t = 2 ਸੈਕਿੰਡ 2 ਸੈਕਿੰਡ ਬਾਅਦ ਇੰਨੀ ਵੈਲੋਸਿਟੀ ਦੇ ਵਿੱਚ ਇੱਕ ਇਹ ਹੋਰ ਪਲੱਸ ਹੋ ਜਾਣਾ, ਇੱਕ ਇਹ ਹੋਰ ਪਲੱਸ ਹੋ ਗਿਆ। ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਇਹ ਕੰਪੋਨੈਂਟ ਹੋਰ ਲੰਮਾ ਹੋ ਗਿਆ ਤੇ ਇਹ ਕੰਪੋਨੈਂਟ ਅਜੇ ਵੀ ਉਨਾ ਹੀ ਆ, v sin θ ਉਨਾ ਹੀ ਆ ਤੇ v cos θ ਹੋਰ ਲੰਮਾ ਹੋ ਗਿਆ। ਤੇ ਅਸੀਂ ਪੈਰਲੋਗ੍ਰਾਮ ਲਾ ਦੇ ਜ਼ਰੀਏ ਇਹਦਾ ਰਿਜ਼ਲਟੈਂਟ ਕੱਢਾਂਗੇ ਦੋਨਾਂ ਦਾ ਤੇ ਸਾਨੂੰ ਪਤਾ ਵਾ ਕਿ ਉਹ ਰਿਜ਼ਲਟੈਂਟ ਕੀ ਆ, ਉਹ ਰਿਜ਼ਲਟੈਂਟ ਦਾ ਝੁਕਾਅ ਇਹਦੇ ਵੱਲ ਹੋਣਾ ਇਸ ਤਰੀਕੇ ਨਾਲ। ਸੋ ਅਸੀਂ ਦੇਖਦੇ ਇਹ ਆ ਕਿ ਜਦੋਂ ਇੱਕ ਚਾਰਜ ਪਾਰਟੀਕਲ ਸਾਈਡ ਤੋਂ ਐਂਟਰ ਹੁੰਦਾ ਵਾ ਇਲੈਕਟ੍ਰਿਕ ਫੀਲਡ ਦੇ ਵਿੱਚ, ਉਹ ਹੌਲੀ ਹੌਲੀ ਕੀ ਆ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਅਲਾਈਨ ਹੋ ਜਾਂਦਾ ਵਾ ਤੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਹੀ ਮੂਵ ਕਰਨ ਲੱਗ ਪੈਂਦਾ ਵਾ। ਹੁਣ ਅਸੀਂ ਇਸ ਤੋਂ ਬਾਅਦ ਵਿੱਚ ਕੀ ਦੇਖਦੇ ਹਾਂ, ਇਸ ਤੋਂ ਬਾਅਦ ਮੈਗਨੈਟਿਕ ਫੀਲਡ ਦੇ ਵਿੱਚ ਚਾਰਜ ਪਾਰਟੀਕਲ ਨੂੰ ਦੇਖਦੇ ਹਾਂ। ਹੁਣ ਅਸੀਂ ਕੇਸ ਲੈਂਦੇ ਹਾਂ ਮੋਸ਼ਨ ਆਫ ਚਾਰਜ ਪਾਰਟੀਕਲ ਇਨ ਮੈਗਨੈਟਿਕ ਫੀਲਡ। ਅਸੀਂ ਇਹਦੇ ਵਿੱਚ 3 ਕੇਸ ਲੈਂਦੇ ਹਾਂ। ਪਹਿਲਾ ਕੇਸ ਲੈਂਦੇ ਹਾਂ ਕਿ ਮੰਨ ਲਓ ਜਿਹੜਾ ਚਾਰਜ ਪਾਰਟੀਕਲ ਆ ਉਹ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਐਂਟਰ ਹੋਇਆ ਤੇ ਸਾਨੂੰ ਪਤਾ ਵਾ ਪਹਿਲੇ ਕੇਸ ਦੇ ਵਿੱਚ ਕਿ ਜਦੋਂ ਥੀਟਾ 0 ਹੋਏਗਾ ਨਾ ਉਦੋਂ ਮੈਗਨੈਟਿਕ ਫੋਰਸ ਕਿੰਨੀ ਹੋਣੀ ਆ, ਕਿਉਂਕਿ QVB sin 0 ਇਹ ਕਿੰਨੀ ਹੋ ਜਾਣੀ ਆ 0, ਮਤਲਬ ਮੈਗਨੈਟਿਕ ਫੋਰਸ ਨਹੀਂ ਲੱਗਣੀ। ਤੇ ਅਸੀਂ ਦੂਸਰਾ ਕੇਸ ਲੈਂਦੇ ਆ ਇਸ ਤਰੀਕੇ ਨਾਲ, ਮੰਨ ਲਓ ਮੈਗਨੈਟਿਕ ਫੀਲਡ ਕੀ ਆ ਅੰਦਰ ਨੂੰ ਲੱਗਾ ਹੋਇਆ, ਮਤਲਬ ਇਸ ਵਾਈਟ ਬੋਰਡ ਦੇ ਅੰਦਰ ਵੱਲ ਮੈਗਨੈਟਿਕ ਲਾਈਨਸ ਜਾ ਰਹੀਆਂ ਵਾ ਤੇ ਜੇਕਰ ਇਹਦੇ ਵਿੱਚ ਇੱਕ ਚਾਰਜ ਪਾਰਟੀਕਲ ਐਂਟਰ ਹੋਇਆ 90 ਡਿਗਰੀ ਤੇ। ਦੂਸਰਾ ਕੇਸ ਆਪਾਂ ਕੀ ਲੈਂਦੇ ਆ ਕਿ ਇੱਕ ਚਾਰਜ ਪਾਰਟੀਕਲ ਕੀ ਆ 90 ਡਿਗਰੀ ਦੇ ਉੱਪਰ ਐਂਟਰ ਹੋਇਆ ਵਾ ਤੇ ਜੇਕਰ ਇਸ ਤਰੀਕੇ ਨਾਲ ਚਾਰਜ ਪਾਰਟੀਕਲ 90 ਡਿਗਰੀ ਤੇ ਐਂਟਰ ਹੋਏਗਾ ਨਾ ਤੇ ਸਾਨੂੰ ਪਤਾ ਵਾ ਕਿ ਇਹ ਜਿਹੜਾ ਚਾਰਜ ਪਾਰਟੀਕਲ ਆ ਨਾ ਇਹਦਾ ਜਿਹੜਾ ਮੋਸ਼ਨ ਆ ਉਹ ਕਿਸ ਤਰੀਕੇ ਦਾ ਹੋ ਜਾਣਾ ਵਾ, ਐਂਟੀ ਕਲੌਕਵਾਈਜ਼ ਹੋ ਜਾਣਾ ਇਸ ਤਰੀਕੇ ਨਾਲ। ਕਿਉਂ ਹੋ ਜਾਣਾ ਐਂਟੀ ਕਲੌਕਵਾਈਜ਼? ਕਿਉਂਕਿ ਸਾਨੂੰ ਪਤਾ ਵਾ ਕਿ ਇਹਦੇ ਤੇ ਮੈਗਨੈਟਿਕ ਫੋਰਸ ਲੱਗਣੀ ਆ ਤੇ ਮੈਗਨੈਟਿਕ ਫੋਰਸ ਦੀ ਡਾਇਰੈਕਸ਼ਨ ਕਿੱਧਰ ਨੂੰ ਹੋਣੀ ਆ, ਮੈਗਨੈਟਿਕ ਫੋਰਸ ਦੀ ਡਾਇਰੈਕਸ਼ਨ ਹੋਣੀ ਆ ਅੰਦਰ ਨੂੰ। ਮਤਲਬ ਕਿਸੇ ਵੀ ਜਗ੍ਹਾ ਤੇ ਤੁਸੀਂ ਚੈੱਕ ਕਰੋ ਮੈਗਨੈਟਿਕ ਫੋਰਸ ਦੀ ਡਾਇਰੈਕਸ਼ਨ ਕੀ ਆ ਅੰਦਰ ਨੂੰ ਹੋਣੀ ਆ। ਮੈਗਨੈਟਿਕ ਫੋਰਸ ਨੂੰ ਬੇਸ਼ੱਕ ਤੁਸੀਂ ਇਸ ਤਰੀਕੇ ਨਾਲ ਲਿਖ ਲਓ ਤੇ ਚਾਹੇ B ਨਾਲ ਲਿਖ ਲਓ, ਇਹ ਤੁਹਾਡੀ ਮਰਜ਼ੀ ਹੈ ਤੇ ਸਿਰਫ ਇੱਕ ਰਿਪਰੈਜ਼ੈਂਟੇਸ਼ਨ ਆ। ਹੁਣ ਦੇਖੋ ਇਸ ਕੇਸ ਦੇ ਵਿੱਚ ਮੈਗਨੈਟਿਕ ਫੋਰਸ ਅੰਦਰ ਨੂੰ ਲੱਗ ਰਹੀ ਆ, ਮਤਲਬ ਮੈਗਨੈਟਿਕ ਫੋਰਸ ਜਿਹੜੀ ਆ ਉਹ ਸੈਂਟਰੀਪੀਟਲ ਫੋਰਸ ਦਾ ਕੰਮ ਕਰ ਰਹੀ ਆ ਤੇ ਜੇਕਰ ਮੈਗਨੈਟਿਕ ਫੋਰਸ ਜਿਹੜੀ ਆ ਉਹ ਸੈਂਟਰੀਪੀਟਲ ਫੋਰਸ ਦਾ ਕੰਮ ਕਰ ਰਹੀ ਆ ਤੇ ਅਸੀਂ ਕੀ ਕਹਿ ਸਕਦੇ ਹਾਂ, ਅਸੀਂ ਕਹਿ ਸਕਦੇ ਹਾਂ ਕਿ mv²/r ਇਹ ਕਿਹਦਾ ਫਾਰਮੂਲਾ ਹੁੰਦਾ ਵਾ, ਇਹ ਸੈਂਟਰੀਪੀਟਲ ਫੋਰਸ ਦਾ ਫਾਰਮੂਲਾ ਹੁੰਦਾ ਤੇ ਇੱਥੇ ਸੈਂਟਰੀਪੀਟਲ ਕੌਣ ਆ, QVB। ਸਾਈਨ 90 ਆਉਣਾ ਸੀ ਪਰ ਆਪਾਂ ਥੀਟਾ ਕਿੰਨਾ ਲਿਆ ਵਾ 90 ਲਿਆ ਵਾ ਤੇ ਸਾਈਨ 90 ਕੀ ਹੋਣਾ ਵਾ 1 ਹੁੰਦਾ, ਇਸ ਕਰਕੇ ਮੈਂ ਸਾਈਨ 90 1 ਵਾ, ਇਸ ਕਰਕੇ ਇੱਥੇ ਨਹੀਂ ਲਿਖ ਰਿਹਾ। ਤੇ ਜਾਂ ਮੈਂ ਲਿਖ ਵੀ ਦੇਵਾਂ ਤੇ ਫਿਰ ਮੈਂ ਇਦਾਂ ਲਿਖਣਾ ਵਾ ਸਾਈਨ 90 ਤੇ ਸਾਈਨ 90 ਦੀ ਵੈਲਿਊ ਕਿੰਨੀ ਆ 1 ਵਾ ਤੇ ਫਿਰ ਮੈਂ ਇਸ ਇਕੁਏਸ਼ਨ ਨੂੰ ਕਿਵੇਂ ਲਿਖ ਸਕਦਾ, mv²/r QVB। ਹੁਣ ਇਸ ਇਕੁਏਸ਼ਨ ਦੇ ਵਿੱਚ ਦੇਖੋ ਦੋਨੋਂ ਸਾਈਡ ਤੇ v ਹੈਗਾ, ਇਹਦਾ ਮਤਲਬ ਸਕੁਅਰ ਕੱਟਿਆ ਜਾਏਗਾ ਤੇ ਜੇਕਰ ਸਕੁਅਰ ਕੱਟਿਆ ਜਾਏਗਾ ਤੇ ਇੱਥੋਂ ਤੁਸੀਂ ਕੀ ਆ ਵੈਲੋਸਿਟੀ ਕੱਢ ਸਕਦੇ ਜੋ। ਜੇ ਮੈਂ ਵੈਲੋਸਿਟੀ ਕੱਢਾਂ ਤੇ ਵੈਲੋਸਿਟੀ ਦੀ ਇਕੁਏਸ਼ਨ ਆਉਣੀ ਆ ਸਾਡੇ ਕੋਲੋਂ QB m ਤੇ r, ਇਹ ਵਾਲੀ ਇਕੁਏਸ਼ਨ ਆਉਣੀ ਵੈਲੋਸਿਟੀ ਦੀ। ਮਤਲਬ ਜੇਕਰ ਤੁਹਾਨੂੰ ਚਾਰਜ ਦੇ ਮੈਗਨੀਟਿਊਡ ਦਾ ਪਤਾ ਵਾ, ਮੈਗਨੈਟਿਕ ਫੀਲਡ ਦਾ ਪਤਾ ਵਾ ਤੇ ਉਹਦੇ ਮਾਸ ਦਾ ਪਤਾ ਵਾ ਤੇ ਰੇਡੀਅਸ ਦਾ ਪਤਾ ਵਾ ਤੇ ਤੁਸੀਂ ਉਹਦੀ ਵੈਲੋਸਿਟੀ ਦੱਸ ਸਕਦੇ ਜੋ। ਤੇ ਅਸੀਂ ਇੱਥੋਂ ਇੱਕ ਗੱਲ ਹੋਰ ਕਹਿ ਸਕਦੇ ਹਾਂ, ਦੇਖੋ ਕਿ ਵੈਲੋਸਿਟੀ ਜਿਹੜੀ ਆ ਡਾਇਰੈਕਟਲੀ ਪ੍ਰੋਪੋਰਸ਼ਨਲ ਆ r ਤੇ ਵੈਲੋਸਿਟੀ ਜਿਹੜੀ ਆ ਇਨਵਰਸਲੀ ਪ੍ਰੋਪੋਰਸ਼ਨਲ ਆ m। ਵੈਸੇ ਮੇਰੇ ਕੋਲ ਇਹ ਵੀ ਆ ਕਿ ਵੈਲੋਸਿਟੀ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ q ਵੀ ਆ ਤੇ b ਵੀ ਆ।
ਉਹ ਚੀਜ਼ ਅਸੀਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ ਜ਼ਿਆਦਾ ਮੈਗਨੈਟਿਕ ਫੀਲਡ ਹੋਊਗਾ ਤੇ ਜ਼ਿਆਦਾ ਤੇਜ਼ ਤੁਰੂਗਾ, ਜਾਂ ਜ਼ਿਆਦਾ ਮੈਗਨੀਟਿਊਡ ਹੋਊਗਾ ਤੇ ਜ਼ਿਆਦਾ ਤੇਜ਼ ਤੁਰੂਗਾ। ਹੁਣ ਦੇਖੋ ਇਹ ਜਿਹੜੀ ਇਕੁਏਸ਼ਨ ਆ ਇਹ ਕੀ ਕਹਿ ਰਹੀ ਆ, ਇਹ ਕਹਿ ਰਹੀ ਆ ਕਿ ਜੇ ਰੇਡੀਅਸ ਵੱਡਾ ਹੋਏਗਾ ਤੇ ਵੈਲੋਸਿਟੀ ਜ਼ਿਆਦਾ ਹੋਏਗੀ। ਤੇ ਜਾਂ ਅਸੀਂ ਇਦਾਂ ਕਹੀਏ ਕਿ ਇਹ ਵਾਲਾ ਜਿਹੜਾ ਚਾਰਜ ਪਾਰਟੀਕਲ ਆ ਇਹ ਜਿਸ ਵੈਲੋਸਿਟੀ ਦੇ ਨਾਲ ਐਂਟਰ ਹੋਇਆ ਨਾ ਉਹਦੇ ਹਿਸਾਬ ਨਾਲ ਇਸ ਸਰਕਲ ਦਾ ਰੇਡੀਅਸ ਬਣਨਾ ਵਾ। ਜੇ ਜ਼ਿਆਦਾ ਵੈਲੋਸਿਟੀ ਦੇ ਨਾਲ ਐਂਟਰ ਹੋਇਆ ਤੇ ਜ਼ਿਆਦਾ ਵੱਡਾ ਰੇਡੀਅਸ ਬਣਨਾ ਵਾ। ਤੇ ਨੀਚੇ ਵਾਲੀ ਇਕੁਏਸ਼ਨ ਕੀ ਕਹਿ ਰਹੀ ਆ ਕਿ ਜੇ ਚਾਰਜ ਪਾਰਟੀਕਲ ਦਾ ਮਾਸ ਜ਼ਿਆਦਾ ਵਾ ਤੇ ਫਿਰ ਕੀ ਆ, ਵੈਲੋਸਿਟੀ ਘੱਟ ਹੋਣੀ ਆ। ਸੋ ਸਾਡੇ ਕੋਲੋਂ ਇਹ ਇਕੁਏਸ਼ਨ ਬਣ ਰਹੀ ਆ। ਤੇ ਜੇਕਰ ਮੈਂ ਇੱਥੋਂ ਇੱਕ ਤੇ ਚਲੋ ਇਹ ਕੱਢ ਲਿਆ, ਵੈਲੋਸਿਟੀ ਕੱਢ ਲਈ, ਤੇ ਜੇ ਮੈਂ ਦੂਸਰੇ ਨੰਬਰ ਤੇ ਇਹਦਾ ਟਾਈਮ ਪੀਰੀਅਡ ਕੱਢਣਾ ਹੋਵੇ ਤੇ ਟਾਈਮ ਪੀਰੀਅਡ ਮੈਂ ਕਿਵੇਂ ਕੱਢ ਸਕਦਾ? ਮੈਨੂੰ ਪਤਾ ਵਾ ਟਾਈਮ ਕਿਹਦੇ ਬਰਾਬਰ ਹੁੰਦਾ, ਜਿਵੇਂ ਸਾਡੇ ਕੋਲੋਂ ਵੈਲੋਸਿਟੀ ਦੀ ਇਕੁਏਸ਼ਨ ਆ, ਵੈਲੋਸਿਟੀ ਇਜ਼ ਡਿਸਟੈਂਸ ਅਪੋਨ ਟਾਈਮ। ਤੇ ਆਪਾਂ ਕੀ ਕਹਿ ਸਕਦੇ ਹਾਂ, ਟਾਈਮ ਇਜ਼ ਇਕੁਅਲ ਟੂ ਵੈਲੋਸਿਟੀ ਡਿਸਟੈਂਸ ਅਪੋਨ ਵੈਲੋਸਿਟੀ। ਹੁਣ ਇੱਥੇ ਡਿਸਟੈਂਸ ਕਿੰਨੀ ਆ, ਟਾਈਮ ਪੀਰੀਅਡ ਅਸੀਂ ਕਿਹੜਾ ਕੱਢ ਰਹੇ ਹਾਂ, ਇੱਕ ਮੋਸ਼ਨ ਦਾ, ਮਤਲਬ ਇੱਕ ਸਰਕੂਲਰ ਰਿੰਗ ਦਾ ਜਾਂ ਇੱਕ ਸਰਕੂਲਰ ਮੋਸ਼ਨ ਦਾ, ਇੱਕ ਸਰਕੂਲਰ ਮੋਸ਼ਨ ਦਾ। ਹੁਣ ਦੇਖੋ ਟੀ ਇੱਕ ਸਰਕੂਲਰ ਮੋਸ਼ਨ ਕਿੰਨਾ ਵਾ, 2πr, ਤੇ ਵੈਲੋਸਿਟੀ ਕਿੰਨੀ ਆ, v। ਵੈਲੋਸਿਟੀ ਅਸੀਂ ਇੱਥੋਂ ਭਰ ਦਿੰਦੇ ਆ ਤੇ ਸਾਡੇ ਕੋਲੋਂ ਟਾਈਮ ਪੀਰੀਅਡ ਕੀ ਬਣਦਾ, t ਇਜ਼ ਇਕੁਅਲ ਟੂ q, ਇੱਥੇ 2πr, ਤੇ v ਦੀ ਵੈਲਿਊ ਭਰਾਂਗੇ, ਉੱਪਰ ਜਾਏਗਾ m ਤੇ ਨੀਚੇ ਜਾਏਗਾ qbr, r ਨਾਲ r ਕੱਟਿਆ ਜਾਏਗਾ। ਟਾਈਮ ਪੀਰੀਅਡ ਆਇਆ 2πm ਤੇ qb। ਹੁਣ ਇੱਥੋਂ ਅਸੀਂ ਕੀ ਕੱਢ ਸਕਦੇ ਹਾਂ, ਫ੍ਰੀਕੁਐਂਸੀ ਵੀ ਕੱਢ ਸਕਦੇ ਹਾਂ। ਫ੍ਰੀਕੁਐਂਸੀ ਦਾ ਫਾਰਮੂਲਾ ਕੀ ਹੁੰਦਾ, 1/t। ਫ੍ਰੀਕੁਐਂਸੀ ਦਾ ਮਤਲਬ ਆ ਕਿ ਇਹ ਜਿਹੜਾ ਚਾਰਜ ਪਾਰਟੀਕਲ ਆ 1 ਸੈਕਿੰਡ ਦੇ ਵਿੱਚ ਕਿੰਨੇ ਚੱਕਰ ਕੱਢਦਾ ਵਾ, ਤੇ ਉਹ ਅਸੀਂ 1/t ਕਰਕੇ ਕੱਢ ਸਕਦੇ ਹਾਂ। ਕੀ ਫਾਰਮੂਲਾ ਬਣਨਾ ਇਹਦਾ, qb/2πm। ਅਸੀਂ ਐਂਗੂਲਰ ਫ੍ਰੀਕੁਐਂਸੀ ਵੀ ਕੱਢ ਸਕਦੇ ਹਾਂ। ਸਾਨੂੰ ਪਤਾ ਅਸੀਂ ਸਰਕੂਲਰ ਮੋਸ਼ਨ 'ਚ ਐਂਗੂਲਰ ਫ੍ਰੀਕੁਐਂਸੀ ਵੀ ਪੜ੍ਹੀ ਆ, ਓਮੇਗਾ। ਓਮੇਗਾ ਕਿਹਦੇ ਬਰਾਬਰ ਆ, 2π ਨਿਊ ਦੇ। ਤੇ ਦੇਖੋ 2π ਮੈਂ ਇਦਾਂ ਹੀ ਲਿਖ ਦਿੰਦਾ, ਤੇ ਨਿਊ ਦੀ ਵੈਲਿਊ ਕਿੰਨੀ ਆ, ਨਿਊ ਦੀ ਵੈਲਿਊ ਆ qb/2πm। ਸੋ ਮੇਰੇ ਕੋਲੋਂ ਜਿਹੜਾ ਐਂਗੂਲਰ ਫ੍ਰੀਕੁਐਂਸੀ ਦਾ ਫਾਰਮੂਲਾ ਵਾ ਉਹ ਕੀ ਬਣਦਾ ਵਾ, qb/m ਆਉਂਦਾ ਵਾ। ਇਸ ਤਰੀਕੇ ਨਾਲ ਦੇਖੋ ਅਸੀਂ ਕੁਝ ਪੈਰਾਮੀਟਰ ਕੱਢੇ ਆ। ਅਸੀਂ ਦੇਖਿਆ ਕਿ ਜਦੋਂ ਇੱਕ ਚਾਰਜ ਪਾਰਟੀਕਲ θ0 ਦੇ ਨਾਲ ਐਂਟਰ ਹੁੰਦਾ ਵਾ, ਮਤਲਬ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਐਂਟਰ ਹੁੰਦਾ ਵਾ ਤੇ ਕੋਈ ਫੋਰਸ ਨਹੀਂ ਆ। ਤੇ ਜੇਕਰ ਉਹ ਮੈਗਨੈਟਿਕ ਫੀਲਡ ਦੇ ਨਾਲ 90 ਡਿਗਰੀ ਦਾ ਐਂਗਲ ਬਣਾ ਕੇ ਐਂਟਰ ਹੁੰਦਾ ਵਾ, ਫਿਰ ਵੈਲੋਸਿਟੀ ਦੀ ਇਕੁਏਸ਼ਨ ਇਹ ਵਾਲੀ ਆ ਸਾਡੇ ਕੋਲੋਂ, ਟਾਈਮ ਪੀਰੀਅਡ ਦੀ ਇਹ ਵਾਲੀ ਆ, ਫ੍ਰੀਕੁਐਂਸੀ ਦੀ ਇਹ ਵਾਲੀ ਆ, ਤੇ ਐਂਗੂਲਰ ਫ੍ਰੀਕੁਐਂਸੀ ਦੀ ਇਹ ਵਾਲੀ ਆ। ਸੋ ਇਹ ਸਾਡੇ ਕੋਲੋਂ ਕੁਝ ਇਕੁਏਸ਼ਨਸ ਆ ਜਿਨ੍ਹਾਂ ਦੇ ਬਿਹਾਫ ਤੇ, ਜਿਨ੍ਹਾਂ ਦੇ ਨਾਲ ਕੋਈ ਨਾ ਕੋਈ ਨਿਊਮੈਰੀਕਲ ਜਿਹੜਾ ਵਾ ਪੇਪਰ ਦੇ ਵਿੱਚ ਆ ਸਕਦਾ ਵਾ। ਇਸ ਤੋਂ ਬਾਅਦ ਵਿੱਚ ਅਸੀਂ ਦੇਖਦੇ ਹਾਂ ਕਿ ਚਾਰਜ ਪਾਰਟੀਕਲ ਨਾ ਤੇ 90 ਡਿਗਰੀ ਨਾਲ ਐਂਟਰ ਹੁੰਦਾ ਵਾ ਤੇ ਨਾ 0 ਡਿਗਰੀ ਨਾਲ ਹੁੰਦਾ ਵਾ। ਤੇ ਜੇਕਰ ਇਸ ਤਰ੍ਹਾਂ ਹੁੰਦਾ ਵਾ ਤੇ ਫਿਰ ਚਾਰਜ ਪਾਰਟੀਕਲ ਦਾ ਜਿਹੜਾ ਮੋਸ਼ਨ ਆ ਉਹ ਕਿਸ ਤਰ੍ਹਾਂ ਦਾ ਹੋਏਗਾ। ਹੁਣ ਅਸੀਂ ਕੇਸ ਲੈਂਦੇ ਆ ਜਦੋਂ ਚਾਰਜ ਪਾਰਟੀਕਲ ਨਾ ਤੇ 0 ਤੇ ਐਂਟਰ ਹੁੰਦਾ ਵਾ ਤੇ ਨਾ ਹੀ 90 ਤੇ ਐਂਟਰ ਹੁੰਦਾ ਵਾ, ਮਤਲਬ ਕਿ ਕਿਸੇ ਐਂਗਲ ਥੀਟਾ ਦੇ ਉੱਤੇ ਮੈਗਨੈਟਿਕ ਫੀਲਡ ਦੇ ਵਿੱਚ ਐਂਟਰ ਹੁੰਦਾ ਵਾ। ਆਪਾਂ ਕੀ ਕਰਦੇ ਆ ਕਿ ਮੰਨ ਲਓ ਮੈਗਨੈਟਿਕ ਫੀਲਡ ਇਸ ਡਾਇਰੈਕਸ਼ਨ ਦੇ ਵਿੱਚ ਲੱਗਾ ਹੋਇਆ ਵਾ, ਆਪਾਂ ਕਹਿ ਦਿੰਦੇ ਆ ਕਿ ਮੈਗਨੈਟਿਕ ਫੀਲਡ ਇਸ ਡਾਇਰੈਕਸ਼ਨ ਦੇ ਵਿੱਚ ਆ, ਤੇ ਇੱਕ ਚਾਰਜ ਪਾਰਟੀਕਲ ਜਿਹੜਾ ਵਾ ਉਹ ਇਸ ਡਾਇਰੈਕਸ਼ਨ ਦੇ ਨਾਲ, ਮਤਲਬ ਐਂਗਲ ਥੀਟਾ ਦੇ ਨਾਲ ਮੈਗਨੈਟਿਕ ਫੀਲਡ ਦੇ ਵਿੱਚ ਐਂਟਰ ਹੋਇਆ। ਤੁਸੀਂ ਇੱਥੇ ਮੈਗਨੈਟਿਕ ਲਾਈਨਸ ਹੋਰ ਵੀ ਬਣਾ ਸਕਦੇ ਜੋ, ਉੱਪਰ ਵੀ ਇਸ ਤਰੀਕੇ ਨਾਲ ਬਣਾ ਸਕਦੇ ਜੋ, ਇੱਥੇ ਵੀ ਬਣਾ ਸਕਦੇ ਜੋ, ਇੱਥੇ ਵੀ ਬਣਾ ਸਕਦੇ ਜੋ। ਆਪਣਾ ਕੰਮ ਜਿਹੜਾ ਵਾ ਇੱਕ ਲਾਈਨ ਤੋਂ ਵੀ ਚੱਲ ਜਾਏਗਾ। ਸੋ ਜੇਕਰ ਥੀਟਾ ਦੇ ਨਾਲ ਐਂਟਰ ਹੋਇਆ ਵਾ, ਹੁਣ ਦੇਖੋ ਆਪਾਂ ਕੀ ਕਰਦੇ ਹਾਂ, ਜਿਵੇਂ ਇਲੈਕਟ੍ਰਿਕ ਫੀਲਡ ਦੇ ਵਿੱਚ ਕੀਤਾ ਸੀ, ਇਸ ਵੈਲੋਸਿਟੀ ਵੈਕਟਰ ਨੂੰ ਕੀ ਕਰਦੇ ਹਾਂ, ਰਿਜ਼ੋਲਵ ਕਰ ਲੈਂਦੇ ਹਾਂ। ਤੇ ਜੇਕਰ ਇਸ ਵੈਲੋਸਿਟੀ ਵੈਕਟਰ ਨੂੰ ਰਿਜ਼ੋਲਵ ਕਰਾਂਗੇ ਤੇ ਇਹਦਾ ਇੱਕ ਕੰਪੋਨੈਂਟ ਇੱਥੇ ਬਣੇਗਾ, ਉਹ ਕਿਹੜਾ ਬਣੇਗਾ, v sin ਥੀਟਾ। ਤੇ ਇਹਦਾ ਦੂਸਰਾ ਕੰਪੋਨੈਂਟ ਕਿੱਥੇ ਬਣੇਗਾ, ਸਾਨੂੰ ਪਤਾ ਉਹਦਾ ਦੂਸਰਾ ਕੰਪੋਨੈਂਟ ਕਿੱਥੇ ਬਣਨਾ ਵਾ, ਇੱਥੇ ਬਣਨਾ ਵਾ v cos ਥੀਟਾ। ਹੁਣ ਜਿਹੜਾ v cos ਥੀਟਾ ਵਾ, v cos ਥੀਟਾ ਕੀ ਆ, v cos ਥੀਟਾ ਪੈਰਲਲ ਆ ਮੈਗਨੈਟਿਕ ਫੀਲਡ ਦੇ।
ਤੇ ਜੇਕਰ v cos θ ਮੈਗਨੈਟਿਕ ਫੀਲਡ ਦੇ ਨਾਲ 0 ਐਂਗਲ ਬਣਾ ਰਿਹਾ ਵਾ ਤੇ ਇਹਦਾ ਮਤਲਬ ਮੈਗਨੈਟਿਕ ਫੀਲਡ ਨੇ v cos θ ਨੂੰ ਕੋਈ ਚੇਂਜ ਨਹੀਂ ਦੇਣੀ, ਮਤਲਬ ਕੁਛ ਨਹੀਂ ਕਹਿਣਾ। ਆਪਾਂ ਇਦਾਂ ਕਹਿ ਸਕਦੇ ਹਾਂ ਕਿ v cos θ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਵਾ ਤੇ ਇਹਦਾ ਮਤਲਬ v cos θ ਦੇ ਕਰਕੇ ਕੋਈ ਚੇਂਜ ਨਹੀਂ ਆਉਣੀ, ਮਤਲਬ ਨੋ ਚੇਂਜ ਆ, ਨਾ ਤੇ ਫੋਰਸ ਲੱਗਣੀ ਆ ਤੇ ਨਾ ਚੇਂਜ ਆਉਣੀ ਆ। ਚੇਂਜ ਕਿੱਦਾਂ ਦੀ ਆਉਣੀ ਸੀ? ਸਰਕੂਲਰ ਮੋਸ਼ਨ ਵਾਲੀ, ਉਹ ਚੇਂਜ ਇੱਥੇ ਨਹੀਂ ਆਉਣੀ। ਪਰ ਜਿਹੜਾ v sin θ ਵਾ, ਅਸੀਂ ਦੇਖਦੇ ਹਾਂ ਕਿ v sin θ ਕੀ ਆ, ਪਰਪੈਂਡੀਕੂਲਰ ਆ ਮੈਗਨੈਟਿਕ ਫੀਲਡ ਤੇ ਅਸੀਂ ਦੂਸਰੇ ਕੇਸ ਦੇ ਵਿੱਚ ਕੀਤਾ ਵਾ ਕਿ ਜਦੋਂ ਮੈਗਨੈਟਿਕ ਫੀਲਡ ਦੇ ਪਰਪੈਂਡੀਕੂਲਰ ਚਾਰਜ ਪਾਰਟੀਕਲ ਦੀ ਵੈਲੋਸਿਟੀ ਹੋਏਗੀ ਤੇ ਕੀ ਬਣੇਗਾ? ਸਰਕੂਲਰ ਪਾਥ ਬਣੇਗਾ। ਹੁਣ ਇਸ ਕੇਸ ਦੇ ਵਿੱਚ ਇਮੈਜਿਨ ਕਰੋ ਵੈਲੋਸਿਟੀ ਦੇ ਕੀ ਬਣਦੇ ਆ, ਦੋ ਕੰਪੋਨੈਂਟ ਬਣਦੇ ਆ। ਇੱਕ ਕੰਪੋਨੈਂਟ ਕੀ ਕਹਿੰਦਾ ਵਾ ਕਿ v cos θ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਵੱਲ ਆ ਤੇ ਦੂਸਰਾ ਕੰਪੋਨੈਂਟ ਕੀ ਆ? ਪਰਪੈਂਡੀਕੂਲਰ ਆ। ਤੇ ਜਿਹੜਾ ਪਰਪੈਂਡੀਕੂਲਰ ਕੰਪੋਨੈਂਟ ਆ ਨਾ, ਉਹਨੇ ਕੀ ਦੇਣਾ ਵਾ? ਸਰਕੂਲਰ ਮੋਸ਼ਨ ਦੇਣਾ ਵਾ। ਤੇ ਜਿਹੜਾ v cos θ b ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਵਾ, ਉਹਨੇ ਕੀ ਆ? ਉਹਨੇ ਤੇ ਇਹ ਕਹਿਣਾ ਵਾ ਕਿ ਚਾਰਜ ਪਾਰਟੀਕਲ ਜਿਸ ਵੈਲੋਸਿਟੀ ਦੇ ਨਾਲ ਤੁਰਿਆ ਜਾਂਦਾ ਵਾ ਤੁਰਿਆ ਜਾਵੇ, ਮਤਲਬ ਨੋ ਚੇਂਜ, ਕੋਈ ਵੀ ਚੇਂਜ ਨਹੀਂ ਆਉਣੀ। ਮੇਰੇ ਕਹਿਣ ਦਾ ਮਤਲਬ ਆ ਕਿ ਜੇਕਰ ਆਪਾਂ ਇਹ ਗੱਲ ਕਹਿੰਦੇ ਨਾ ਕਿ ਇੱਥੇ ਮੈਗਨੈਟਿਕ ਫੀਲਡ ਵਾ ਇਸ ਤਰੀਕੇ ਨਾਲ ਤੇ ਇਹਦੇ ਵਿੱਚ ਇੱਕ ਚਾਰਜ ਪਾਰਟੀਕਲ ਵੈਲੋਸਿਟੀ ਇਹਦੇ ਇੱਧਰ ਨੂੰ ਮੂਵ ਕਰ ਰਿਹਾ ਵਾ ਤੇ ਆਪਾਂ ਕਹਿੰਦੇ ਆ ਕਿ ਇਸ ਚਾਰਜ ਪਾਰਟੀਕਲ ਨੂੰ ਪਤਾ ਵੀ ਨਹੀਂ ਲੱਗਣਾ ਕਿ ਇਹ ਮੈਗਨੈਟਿਕ ਫੀਲਡ ਦੇ ਵਿੱਚ ਮੂਵ ਕਰਨ ਡਿਆ ਵਾ, ਕਿਉਂਕਿ ਇੱਥੇ ਫੋਰਸ ਹੀ ਨਹੀਂ ਲੱਗਣੀ, ਇਹਨੂੰ ਕੋਈ ਅਹਿਸਾਸ ਹੀ ਨਹੀਂ ਹੋਣਾ ਮੈਗਨੈਟਿਕ ਫੀਲਡ ਦਾ। ਜੇ ਇਹ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਵਾ, ਇਹਨੇ ਸਿੱਧਾ ਦਾ ਸਿੱਧਾ ਤੁਰਿਆ ਜਾਣਾ ਵਾ। ਹੁਣ ਦੇਖੋ ਇੱਥੇ ਤੁਸੀਂ ਸੋਚੋ, ਇੱਥੇ ਕੀ ਆ? ਇਹ ਕੰਪੋਨੈਂਟ ਨੇ ਕਹਿਣਾ ਵਾ ਸਿੱਧਾ ਤੁਰਿਆ ਜਾ ਤੇ v sin θ ਨੇ ਕਹਿਣਾ ਵਾ ਸਰਕੂਲਰ ਘੁੰਮ। ਤੇ ਅਲਟੀਮੇਟਲੀ ਜਿਹੜਾ ਸਾਡੇ ਕੋਲੋਂ ਮੋਸ਼ਨ ਆਉਣਾ ਵਾ, ਉਹ ਮੋਸ਼ਨ ਕਿਸ ਤਰੀਕੇ ਨਾਲ ਆਉਣਾ ਵਾ? ਸਾਨੂੰ ਇਹ ਮੋਸ਼ਨ ਇਸ ਤਰੀਕੇ ਨਾਲ ਮਿਲਣਾ ਵਾ, ਇਸ ਤਰੀਕੇ ਨਾਲ। ਇੱਕ ਕੰਪੋਨੈਂਟ ਨੇ ਕਹਿਣਾ ਵਾ ਸਰਕੂਲਰ ਘੁੰਮ ਤੇ ਇੱਕ ਕੰਪੋਨੈਂਟ ਨੇ ਕਹਿਣਾ ਵਾ ਅੱਗੇ ਜਾ। v sin θ ਨੇ ਕੀ ਕੀਤਾ? v sin θ ਨੇ ਸਰਕੂਲਰ ਮੋਸ਼ਨ ਬਣਾਇਆ ਤੇ ਜਿਹੜਾ v cos θ ਵਾ, ਉਹਨੇ ਕੀ ਕੀਤਾ? ਉਹਨੇ ਸਿਰਫ ਉਸੇ ਡਾਇਰੈਕਸ਼ਨ 'ਚ ਅੱਗੇ ਮੂਵ ਕਰਾਇਆ, ਮਤਲਬ ਮੂਵ ਇਨ ਸੇਮ ਡਾਇਰੈਕਸ਼ਨ। ਸੇਮ ਡਾਇਰੈਕਸ਼ਨ ਕਿਹੜੀ? b ਵਾਲੀ, ਮਤਲਬ ਮੂਵ ਇਨ ਸੇਮ ਡਾਇਰੈਕਸ਼ਨ ਮੀਨਸ v cos θ ਵਾਲੀ ਡਾਇਰੈਕਸ਼ਨ, means v cos θ means in the direction of v cos θ। ਹੁਣ ਦੇਖੋ ਇਹ ਚੀਜ਼ ਬਣਨੀ ਹੈ ਇੱਥੇ ਕਿ ਜਦੋਂ ਅਦਰ ਦੈਨ 90 ਅਦਰ ਦੈਨ 0 ਤੇ ਐਂਟਰ ਹੋਏਗਾ ਨਾ, ਅਸੀਂ ਵੈਲੋਸਿਟੀ ਦੇ ਦੋ ਕੰਪੋਨੈਂਟ ਕਰਨੇ ਆ। ਇੱਕ ਕੰਪੋਨੈਂਟ ਜਿਹੜਾ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ 'ਚ ਆ, ਉਹਨੇ ਕਹਿਣਾ ਵਾ ਅੱਗੇ ਚੱਲ ਤੇ ਦੂਸਰੇ ਕੰਪੋਨੈਂਟ ਨੇ ਕਹਿਣਾ ਵਾ ਜਿਹੜਾ 90 ਡਿਗਰੀ ਤੇ ਆ, ਉਹਨੇ ਕਹਿਣਾ ਸਰਕੂਲਰ ਘੁੰਮ। ਹੁਣ ਦੋਵੇਂ ਕੰਪੋਨੈਂਟ ਦੀ ਗੱਲ ਆਪਾਂ ਨੂੰ ਮੰਨਣੀ ਪੈਣੀ ਆ ਕਿ ਇੱਕ ਕੰਪੋਨੈਂਟ ਅੱਗੇ ਜਾਣ ਲਈ ਕਹਿ ਰਿਹਾ, ਦੂਜਾ ਕੰਪੋਨੈਂਟ ਸਰਕੂਲਰਲੀ ਘੁੰਮਣ ਲਈ ਕਹਿ ਰਿਹਾ। ਤੇ ਜੇਕਰ ਆਪਾਂ ਦੋਵਾਂ ਦੀ ਗੱਲ ਮੰਨਣੀ ਆ ਤੇ ਫਿਰ ਤੇ ਮੋਸ਼ਨ ਇਸ ਤਰੀਕੇ ਨਾਲ ਹੀ ਬਣੇਗਾ ਨਾ ਕਿ ਸਰਕੂਲਰ ਵੀ ਘੁੰਮੀ ਜਾਓ ਤੇ ਅੱਗੇ ਵੀ ਮੂਵ ਕਰੀ ਜਾਓ। ਤੇ ਇਹ ਕਿਹੜਾ ਮੋਸ਼ਨ ਆ? ਇਹ ਮੋਸ਼ਨ ਕਿਹੜਾ ਵਾ? ਇਹ ਹੈਲੀਕਲ ਮੋਸ਼ਨ ਆ, ਮਤਲਬ ਹੈਲਿਕਸ ਸ਼ੇਪ ਦੇ ਵਿੱਚ ਮੋਸ਼ਨ ਆ। ਇਹ ਸਪਾਇਰਲ ਨਹੀਂ ਆ, ਇਹ ਹੈਲਿਕਸ ਸ਼ੇਪ ਦੇ ਵਿੱਚ ਆ ਕਿ ਜਦੋਂ ਚਾਰਜ ਪਾਰਟੀਕਲ ਜਿਹੜਾ ਵਾ ਅਦਰ ਦੈਨ 0 ਔਰ 90 ਡਿਗਰੀ ਤੇ ਐਂਟਰ ਹੁੰਦਾ ਵਾ ਤੇ ਉਹ ਕਿਹੜਾ ਮੋਸ਼ਨ ਲੈਂਦਾ ਵਾ? ਉਹ ਇਸ ਤਰੀਕੇ ਦਾ ਮੋਸ਼ਨ ਲੈਂਦਾ ਵਾ। ਹੁਣ ਜੇਕਰ ਆਪਾਂ ਇਹਦੀਆਂ ਇਕੁਏਸ਼ਨਸ ਬਣਾਈਏ ਤਾਂ ਸਾਡੇ ਕੋਲੋਂ ਇਹਦੀਆਂ ਇਕੁਏਸ਼ਨਸ ਕੀ ਬਣਨੀਆਂ ਵਾ? ਸਰਕੂਲਰ ਮੋਸ਼ਨ ਕੌਣ ਦੇਣ ਡਿਆ ਵਾ? v sin θ, ਮਤਲਬ v sin θ ਵਾਲਾ ਕੰਪੋਨੈਂਟ ਹੀ ਸਰਕੂਲਰ ਮੋਸ਼ਨ ਦੇ ਰਿਹਾ ਵਾ ਤੇ ਇਹਦਾ ਮਤਲਬ ਸਰਕੂਲਰ ਮੋਸ਼ਨ ਦੇ ਰਿਹਾ ਤੇ ਸੈਂਟਰੀਪੀਟਲ ਵੀ ਇਹਦੇ ਨਾਲ ਹੀ ਜੁੜਨੀ ਆ। ਸੈਂਟਰੀਪੀਟਲ ਦੀ ਇਕੁਏਸ਼ਨ ਕੀ ਹੁੰਦੀ ਆ? mv²/r। ਅੱਗੇ ਅਸੀਂ ਕੀ ਕਰਦੇ ਸੀ? ਇਹਨੂੰ QVB ਦੇ ਨਾਲ ਇਕੁਅਲ ਕਰਦੇ ਸੀ। ਪਰ ਇਸ ਕੇਸ ਦੇ ਵਿੱਚ ਆਪਾਂ v ਦੀ ਜਗ੍ਹਾ ਤੇ ਕੀ ਲਿਖਣਾ ਵਾ? ਆਪਾਂ v ਦੀ ਜਗ੍ਹਾ ਤੇ ਲਿਖਣਾ ਵਾ v sin θ, ਕਿਉਂਕਿ sin θ ਕੰਪੋਨੈਂਟ ਹੀ ਸਿਰਫ ਰਿਸਪੌਂਸੀਬਲ ਆ ਇਹਨੂੰ ਸਰਕੂਲਰ ਘੁਮਾਉਣ ਵਾਸਤੇ। ਤੇ ਇੱਥੇ ਇਸ v ਦੀ ਜਗ੍ਹਾ ਤੇ ਆਪਾਂ ਕੀ ਲਿਖਣਾ ਵਾ? ਇਸ v ਦੀ ਜਗ੍ਹਾ ਤੇ ਵੀ ਆਪਾਂ ਕੀ ਲਿਖਣਾ ਵਾ? v sin θ। ਮਤਲਬ ਜਿੱਥੇ ਅੱਗੇ v ਸੀ ਹੁਣ ਉੱਥੇ ਕੌਣ ਆ? v sin θ। ਤੇ ਜੇਕਰ ਇਹਨੂੰ ਸੋਲਵ ਕਰੋ,
ਇੱਕ ਵੀ ਸਾਈਨ ਥੀਟਾ ਕੱਟਿਆ ਜਾਏਗਾ, ਇਹਦੇ ਨਾਲ ਅਸੀਂ ਕੱਢ ਦਿੰਦੇ ਆ ਕਿ ਸਕੇਅਰ ਦੇ ਨਾਲ ਇੱਕ ਕੱਟਿਆ ਗਿਆ। ਤੇ ਸਾਡੇ ਕੋਲੋਂ ਕੀ ਆਇਆ, ਵੈਲੋਸਿਟੀ ਦੀ ਇਕੁਏਸ਼ਨ ਦੇਖੋ ਕੀ ਆਈ ਆ, ਵੈਲੋਸਿਟੀ ਇਜ਼ ਇਕੁਅਲ ਟੂ ਕਿਊ ਬੀ, ਐਮ ਨੀਚੇ ਜਾਏਗਾ, ਆਰ ਉੱਪਰ ਆਏਗਾ, ਤੇ ਇਹ ਜਿਹੜਾ ਸਾਈਨ ਥੀਟਾ ਇੱਕ ਇੱਥੇ ਰਹਿ ਗਿਆ ਵਾ, ਉਹਨੂੰ ਅਸੀਂ ਕੀ ਕਰਾਂਗੇ, ਇਹਨੂੰ ਨੀਚੇ ਲਿਖ ਲਾਂਗੇ। ਮਤਲਬ ਵੈਲੋਸਿਟੀ ਕੀ ਆ ਰਹੀ ਆ, ਕਿਊ ਬੀ ਆਰ अपॉन एम साइन थीटा। ਤੇ ਜੇਕਰ ਅਸੀਂ ਇੱਥੋਂ ਰੇਡੀਅਸ ਕੱਢਣਾ ਹੋਵੇ ਤਾਂ ਅਸੀਂ ਰੇਡੀਅਸ ਵੀ ਕੱਢ ਸਕਦੇ ਹਾਂ, ਇਸੇ ਇਕੁਏਸ਼ਨ ਤੋਂ ਤੁਸੀਂ ਰੇਡੀਅਸ ਕੱਢ ਸਕਦੇ ਜੋ। ਤੇ ਜੇਕਰ ਅਸੀਂ ਇੱਥੋਂ ਕੱਢਣਾ ਹੋਵੇ ਕਿ ਟਾਈਮ ਪੀਰੀਅਡ ਕਿੰਨਾ ਵਾ, ਤੇ ਸਾਨੂੰ ਪਤਾ ਵਾ ਕਿ ਟਾਈਮ ਪੀਰੀਅਡ ਦੀ ਇਕੁਏਸ਼ਨ ਕੀ ਆ, t ਇਜ਼ ਇਕੁਅਲ ਟੂ, ਟਾਈਮ ਪੀਰੀਅਡ ਇੱਥੇ ਕਿਵੇਂ ਕੈਲਕੂਲੇਟ ਕਰਾਂਗੇ, ਟਾਈਮ ਪੀਰੀਅਡ ਕੀ ਹੁੰਦਾ ਵਾ, ਟਾਈਮ t इज इक्वल टू 2 पाई r अपॉन नीचे की आएगा v साइन थीटा। ਅਸੀਂ ਇੱਥੇ v ਦੀ ਵੈਲਿਊ ਭਰ ਕੇ 2 ਪਾਈ r अपॉन v साइन थीटा ਨੂੰ ਜਦੋਂ ਸੋਲਵ ਕਰਾਂਗੇ ਤੇ ਸਾਡੇ ਕੋਲੋਂ ਰਿਜ਼ਲਟ ਆਏਗਾ 2 ਪਾਈ m अपॉन QB। ਸੋ ਸਾਡੇ ਕੋਲੋਂ ਰਿਜ਼ਲਟ ਆਏਗਾ 2 ਪਾਈ m अपॉन QB। ਤੇ ਇੱਥੋਂ ਹੀ ਅਸੀਂ ਕੀ ਕਰਦੇ ਹਾਂ, ਫ੍ਰੀਕੁਐਂਸੀ ਦੀ ਵੈਲਿਊ ਕੱਢ ਲੈਂਦੇ ਹਾਂ। ਫ੍ਰੀਕੁਐਂਸੀ 1/t ਆਉਣੀ ਆ। ਤੇ ਜੇਕਰ ਤੁਸੀਂ ਐਂਗੂਲਰ ਫ੍ਰੀਕੁਐਂਸੀ ਦੀ ਗੱਲ ਕਰੋ ਤੇ ਐਂਗੂਲਰ ਫ੍ਰੀਕੁਐਂਸੀ ਕੀ ਆਉਣੀ ਆ, 2 ਪਾਈ ਨਿਊ ਆਉਣੀ ਆ। ਸੋ ਅਸੀਂ ਇਹ ਸਾਰੇ ਜਿਹੜੇ ਰਿਜ਼ਲਟ ਆ ਉਹ ਸੋਲਵ ਕਰ ਸਕਦੇ ਹਾਂ। ਮੇਨ ਇਸ ਕੇਸ ਦੇ ਵਿੱਚ ਕੀ ਗੱਲ ਸੀ ਕਿ ਜਦੋਂ ਅਦਰ ਦੈਨ 90 ਔਰ 0 ਤੇ ਐਂਟਰ ਹੁੰਦਾ ਵਾ ਤੇ ਇਹ ਜਿਹੜਾ ਚਾਰਜ ਪਾਰਟੀਕਲ ਆ ਇਹ ਮੈਗਨੈਟਿਕ ਫੀਲਡ ਦੇ ਵਿੱਚ ਇਸ ਤਰੀਕੇ ਨਾਲ ਮੂਵ ਕਰਦਾ ਵਾ। ਹੁਣ ਦੇਖੋ ਜਿਹੜੀ ਇਹ ਦੂਰੀ ਆ ਨਾ, ਮਤਲਬ ਇੱਕ ਤੋਂ ਇੱਕ ਮੋਸ਼ਨ ਤੋਂ ਅਗਲੇ ਮੋਸ਼ਨ ਤੱਕ ਜਿਹੜੀ ਦੂਰੀ ਆ, ਆਪਾਂ ਇਹਨੂੰ ਕੀ ਬੋਲਦੇ ਆ, ਆਪਾਂ ਇਹਨੂੰ ਬੋਲਦੇ ਆ ਪਿੰਚ। ਮਤਲਬ ਪਿੰਚ ਆਪਾਂ ਕਿੱਥੇ ਕਹਿ ਸਕਦੇ ਆ, ਇੱਕ ਸਕਰੂ ਨੂੰ ਜਦੋਂ ਆਪਾਂ ਮੂਵ ਕਰਦੇ ਆ ਨਾ, ਮਤਲਬ ਆਪਾਂ ਕਹਿੰਦੇ ਆ ਕਿ ਇੱਕ ਕੰਪਲੀਟ ਰੋਟੇਸ਼ਨ ਦੇਤੀ। ਤੇ ਜਦੋਂ ਆਪਾਂ ਇੱਕ ਕੰਪਲੀਟ ਰੋਟੇਸ਼ਨ ਦੇਤੀ ਨਾ ਤੇ ਫਿਰ ਜਿੰਨੀ ਹੌਰੀਜ਼ੌਂਟਲ ਡਿਸਟੈਂਸ ਕਵਰ ਹੋਈ ਆ ਨਾ, ਹੌਰੀਜ਼ੌਂਟਲ ਡਿਸਟੈਂਸ, ਉਹਨੂੰ ਆਪਾਂ ਕੀ ਕਹਿੰਦੇ ਆ, ਪਿੰਚ ਕਹਿੰਦੇ ਆ। ਤੇ ਆਪਾਂ ਹੁਣ ਕੀ ਕਰਦੇ ਆ, ਇਸ ਪਿੰਚ ਦੀ ਡੈਫੀਨੇਸ਼ਨ ਤੇ ਇਸ ਪਿੰਚ ਨੂੰ ਸਮਝ ਲੈਂਦੇ ਆ। ਸੋ ਜੋ ਪਿੰਚ ਦੀ ਸਾਡੇ ਕੋਲੋਂ ਇਕੁਏਸ਼ਨ ਆ ਉਹ ਕੀ ਬਣਦੀ ਆ, v cos θ into t, ਕਿਉਂਕਿ ਸਾਨੂੰ ਪਤਾ ਵਾ ਕਿ ਇੱਧਰ ਨੂੰ ਕਿੰਨੇ ਲੈ ਕੇ ਜਾਣਾ ਵਾ, v cos θ ਨੇ, ਤੇ ਟਾਈਮ ਕਿੰਨਾ ਲੱਗਣਾ ਵਾ, t, ਮਤਲਬ ਇੱਕ ਰੋਟੇਸ਼ਨ ਦਾ ਟਾਈਮ t। ਤੇ ਆਪਾਂ ਇੱਥੇ ਕੀ ਕਿਹਾ ਵਾ ਕਿ ਜਦੋਂ ਇੱਕ ਕੰਪਲੀਟ ਰੋਟੇਸ਼ਨ ਆ ਗਈ ਨਾ, ਉਹਦੇ ਵਿੱਚ ਜਿੰਨੀ ਲੀਨੀਅਰ ਡਿਸਟੈਂਸ ਤੈਅ ਕੀਤੀ ਆ ਉਹਨੂੰ ਅਸੀਂ ਕੀ ਬੋਲਦੇ ਆ, ਉਹਨੂੰ ਅਸੀਂ ਬੋਲਦੇ ਆ ਪਿੰਚ। ਤੇ ਸਾਡੇ ਕੋਲੋਂ ਇਹ ਪਿੰਚ ਦਾ ਫਾਰਮੂਲਾ ਇਹ ਵਾਲਾ ਆਉਂਦਾ ਵਾ। ਅਸੀਂ ਇੱਥੇ ਕੀ ਕੀਤਾ ਵਾ, t ਟਾਈਮ ਪੀਰੀਅਡ ਭਰ ਦਿੱਤਾ ਵਾ ਤੇ ਸਾਡੇ ਕੋਲੋਂ ਇਹ ਇਕੁਏਸ਼ਨ ਆ ਗਈ ਆ। ਸੋ ਪਿੰਚ ਨੂੰ ਯਾਦ ਕਰ ਲੈਣਾ ਕਿ ਪਿੰਚ ਕੀ ਆ, ਕਿ ਮੰਨ ਲਓ ਤੁਹਾਡੇ ਹੱਥ ਦੇ ਵਿੱਚ ਇੱਕ ਸਕਰੂ ਆ ਤੇ ਇੱਕ ਸਕਰੂ ਤੁਸੀਂ ਕੀ ਕਰਦੇ ਜੋ, ਇੱਕ ਜਗ੍ਹਾ ਤੇ ਨਿਸ਼ਾਨੀ ਲਾ ਲਓ, ਤੁਸੀਂ ਇੱਕ ਕੰਪਲੀਟ ਰੋਟੇਸ਼ਨ ਦੇ ਦਿਓ ਉਹਨੂੰ, ਮਤਲਬ ਇੱਥੇ ਆ, ਉੱਤੋਂ ਦੀ ਘੁਮਾ ਕੇ ਫਿਰ ਇੱਥੇ ਲੈ ਆਓ। ਤੇ ਜਿਹੜੀ ਸਮੋਲ ਜੀ ਡਿਸਟੈਂਸ ਉਹਨੇ ਲੀਨੀਅਰਲੀ ਤੈਅ ਕੀਤੀ ਆ ਨਾ, ਉਹਨੂੰ ਅਸੀਂ ਕੀ ਬੋਲਦੇ ਆ, ਪਿੰਚ ਬੋਲਦੇ ਆ। ਤੇ ਉਹ ਪਿੰਚ ਅਸੀਂ ਮੈਗਨੈਟਿਕ ਫੀਲਡ ਦੇ ਵਿੱਚ ਮਤਲਬ v cos θ ਤੇ t ਨੂੰ ਮਲਟੀਪਲਾਈ ਕਰਕੇ ਕੱਢਦੇ ਆ। ਸੋ ਇਹ ਸਾਡੀ ਪਿੰਚ ਵਾ। ਇੱਥੇ ਮੈਂ ਫਿਰ ਇੱਕ ਵਾਰੀ ਦੱਸ ਦੇਣਾ ਚਾਹੁੰਦਾ ਵਾਂ ਕਿ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਦੇ ਵਿੱਚ ਸਾਡੇ ਕੋਲੋਂ ਕੀ ਡਿਫਰੈਂਸ ਆਏ ਆ। ਅਸੀਂ ਦੇਖਿਆ ਵਾ ਕਿ ਇਲੈਕਟ੍ਰਿਕ ਫੀਲਡ ਜਿਹੜਾ ਭਾਵੇਂ ਚਾਰਜ ਰੈਸਟ ਤੇ ਆ ਤੇ ਭਾਵੇਂ ਚਾਰਜ ਮੂਵ ਕਰਦਾ ਵਾ, ਦੋਨੋਂ ਹਾਲਾਤਾਂ ਦੇ ਵਿੱਚ ਫੋਰਸ ਲਾਉਂਦਾ ਵਾ। ਪਰ ਮੈਗਨੈਟਿਕ ਫੀਲਡ ਜਿਹੜਾ ਵਾ ਸਿਰਫ ਮੂਵ ਕਰਦੇ ਹੋਏ ਚਾਰਜ ਪਾਰਟੀਕਲ ਦੇ ਉੱਪਰ ਹੀ ਫੋਰਸ ਲਗਾਉਂਦਾ ਵਾ। ਤੇ ਦੂਸਰਾ ਅਸੀਂ ਕੀ ਦੇਖਿਆ ਕਿ ਜਿਹੜਾ ਇਲੈਕਟ੍ਰਿਕ ਫੀਲਡ ਵਾ ਉਹ ਸਟੈਟਿਕ ਚਾਰਜ ਵੀ ਪੈਦਾ ਕਰ ਸਕਦਾ ਤੇ ਮੂਵਿੰਗ ਚਾਰਜ ਵੀ ਪੈਦਾ ਕਰ ਸਕਦਾ, ਪਰ ਮੈਗਨੈਟਿਕ ਫੀਲਡ ਜਿਹੜਾ ਵਾ ਉਹ ਇੱਕ ਮੂਵ ਕਰਦਾ ਹੋਇਆ ਚਾਰਜ ਹੀ ਪੈਦਾ ਕਰ ਸਕਦਾ ਵਾ। ਸੋ ਅੱਜ ਦੀ ਕਲਾਸ ਦੇ ਵਿੱਚ ਅਸੀਂ ਇੰਨਾ ਹੀ ਪੜਾਂਗੇ। ਨੈਕਸਟ ਟੌਪਿਕ ਦੇਖਾਂਗੇ ਅਸੀਂ ਨੈਕਸਟ ਕਲਾਸ ਦੇ ਵਿੱਚ। ਸੋ ਧੰਨਵਾਦ।